हाँ भाई, ਤੁਹਾਡੇ ਅੱਗੇ ਕਬੀਰ ਸਾਹਿਬ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ। ਗੌਰ ਨਾਲ ਸੁਣਨ ਵਾਲਾ ਹੈ, ਸਮਝਣ ਵਾਲਾ ਹੈ। ਮਿਸ਼ਰੀ ਨੂੰ ਕਿਸੇ ਪਾਸਿਓਂ ਵੀ ਖਾਈਏ ਉਹ ਮਿੱਠੀ ਹੁੰਦੀ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਕਿਸੇ ਵੀ ਯੁੱਗ ਅੰਦਰ ਆਏ, ਕਿਸੇ ਸਮਾਜ ਅੰਦਰ ਆਏ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਰਿਹਾ, ਇੱਕੋ ਹੀ ਸੰਦੇਸ਼ ਰਿਹਾ। ਉਹ ਉਹਨਾਂ ਦਾ ਉਪਦੇਸ਼ ਸੀਗਾ ਕਿ ਪਰਮਾਤਮਾ ਇੱਕ ਹੈ। ਪਰਮਾਤਮਾ ਦੇ ਮਿਲਣ ਦਾ ਜੋ ਤਰੀਕਾ ਜਾਂ ਸਾਧਨ ਹੈ ਜਾਂ ਰਸਤਾ ਹੈ ਉਹ ਵੀ ਇੱਕ ਹੈ। ਮੈਂ ਰਾਤੀ ਵੀ ਸਤਸੰਗ ਵਿੱਚ ਦੱਸਿਆ ਸੀ ਕਿ ਸੰਤ ਮਹਾਤਮਾ ਆਪਦੀ ਮਰਜ਼ੀ ਨਾਲ ਸੰਸਾਰ ਵਿੱਚ ਨਹੀਂ ਆਉਂਦੇਗੇ। ਉਹ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਵਿੱਚ ਆਉਂਦੇ ਹੈ। ਨਾ ਉਹ ਆਪਣੀ ਮਰਜ਼ੀ ਨਾਲ ਕੋਈ ਪ੍ਰਚਾਰ ਕਰਦੇ ਹੈ, ਨਾ ਆਪਣੀ ਮਰਜ਼ੀ ਨਾਲ ਉਹ ਨਾਮਦਾਨੀ ਦਿੰਦੇ ਹੈ। ਜਿਨ੍ਹਾਂ ਆਤਮਾ ਨੂੰ ਪਰਮਾਤਮਾ ਭੇਜਦਾ ਉਹਨਾਂ ਦੇ ਪਾਸ, ਜਾਂ ਜਿਨ੍ਹਾਂ ਦਾ ਤੁਰਕ ਕਰਮ ਬਣ ਜਾਂਦਾ ਹੈ, ਉਹਨਾਂ ਵਾਸਤੇ ਉਹਨਾਂ ਤੇ ਜ਼ਿੰਮੇਵਾਰੀ ਆਉਂਦੀ ਹੈ ਕਿ ਉਹਨਾਂ ਨੂੰ ਨਾਮ ਦੇ ਰਸਤੇ ਤੇ ਪਾਉਣਾ। ਇਹ ਅੱਗੇ ਉਸ ਮਾਲਕ ਦਾ ਹੀ ਸਭ ਇੰਤਜ਼ਾਮ ਹੈ, ਹਿਸਾਬ ਕਿਤਾਬ ਹੈ, ਜੋ ਉਹਨੇ ਨਿਜੋਂ ਬਣਾਏ ਹੈ ਕੁਦਰਤ ਨੇ, ਕਿ ਕਦ ਕਿਸ ਚੀਜ਼ ਨੂੰ ਨਾਮ ਮਿਲਣਾ ਹੈ, ਕਿਸ ਜਾਮੇ 'ਚ ਮਿਲਣਾ ਹੈ, ਜਾਂ ਇਸ ਨੂੰ ਫੇਰ ਦੁਨੀਆ ਵਿੱਚ ਚੱਕਰ ਲਵਾਉਣੇ ਹੈ। ਇਹ ਸਭ ਕੁਝ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ। ਔਰ ਨਾ ਮਹਾਤਮਾ ਵਾਸਤੇ ਕੋਈ ਦੂਰ ਨੇੜੇ ਦਾ ਫਰਕ ਪੈਂਦਾ ਹੈ। ਇਹ ਹੁਣ ਉਹਨਾਂ ਦਾ ਹੀ ਫੈਸਲਾ ਹੁੰਦਾ ਹੈ ਕਿ ਅਸੀਂ ਖੁਦ ਭੇਜਣਾ ਜਾਣਾ ਹੈ ਇਹਦੇ ਕੋਲੇ, ਜਾਂ ਕਿਸੇ ਸਤਸੰਗੀ ਨੂੰ ਦੱਸ ਪਾਉਣ ਦਾ ਜ਼ਰੀਆ ਬਣਾਉਣਾ ਹੈ, ਜਾਂ ਕਿਸੇ ਸਤਸੰਗੀ ਤੋਂ ਪਰਦੇ ਦੇ ਪਿੱਛੇ ਉਹ ਕੰਮ ਲੈਂਦੇ ਹੈ ਕਿ ਤੂੰ ਬਈ ਫਲਾਨੀ ਆਤਮਾ ਨੂੰ ਪ੍ਰੇਰਨਾ ਹੈ ਨਾਮਦਾਨ ਵਾਸਤੇ। ਇਹ ਸਾਰਾ ਕੁਛ ਹੀ ਅਸੀਂ ਸਤਸੰਗੀ ਲੋਕ ਦੇਖਦੇ ਹਾਂ, ਜਾਂ ਸਾਡੇ ਨਾਲ ਜੋ ਘਟਨਾ ਘਟਦੀਆਂ ਹਨ ਉਹ ਸਾਰਾ ਕੁਛ ਹੀ ਅਸੀਂ ਦੇਖਦੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਆਪਨ ਲੀਏ ਜੇ ਮਿਲੇ ਵਿਛਣ ਕੋ ਰੋਵਨ, ਕਿ ਹੇ ਪਰਮਾਤਮਾ, ਜੇ ਸਾਡੇ ਆਪਣੇ ਹੀ ਇਖਤਿਆਰ ਹੁੰਦਾ ਤੇਰੇ ਨਾਲ ਮਿਲਾਪ ਕਰ ਲੈਣਾ, ਤਾਂ ਅਸੀਂ ਤੈਥੋਂ ਵਿਛੜ ਕੇ ਚਾਰ ਕੂਟਾ ਦਹਿ ਦਿਸਾਂ ਭਰਮਦੇ ਫਿਰੇ ਹੈ, ਕਦੇ ਉੱਚੀਆਂ ਜਾਮਿਆਂ 'ਚ, ਕਦੇ ਨੀਵਿਆਂ ਦੇ ਵਿੱਚ। ਇਹਦਾ ਤੈਂ ਕਿਰਪਾ ਕੀਤੀ। ਜੀ ਬੰਦਾ ਹੈ ਉਹ ਪਰਮਾਤਮਾ ਸਤਿਗੁਰੂ ਸੁਜਾਖਾ ਹੈ। ਉਹ ਜਿਹਨੂੰ ਚਾਹਵੇ ਉਹ ਆਪਣੀ ਉਂਗਲੀ ਅੰਨੇ ਨੂੰ ਆਵਾਜ਼ ਮਾਰ ਕੇ ਫੜਾ ਸਕਦਾ ਹੈ ਔਰ ਫੜਾਉਂਦਾ ਹੈ। ਐਸੇ ਮਹਾਤਮਾ ਨਾ ਤਾਂ ਪਹਿਲੀਆਂ ਬਣੀਆਂ ਸਮਾਜਾਂ ਨੂੰ ਤੋੜਨ ਆਉਂਦੇ ਹੈ, ਨਾ ਨਵੀਆਂ ਹੀ ਬਣਾਉਣ ਵਾਸਤੇ ਆਉਂਦੇ ਹੈ। ਉਹ ਤਾਂ ਸਾਨੂੰ ਆਪਸ ਵਿੱਚ ਪਿਆਰ ਸਿਖਾਉਣ ਵਾਸਤੇ ਆਉਂਦੇ ਹੈ, ਪਰਮਾਤਮਾ ਦੀ ਭਗਤੀ ਕਰਾਉਣ ਵਾਸਤੇ ਆਉਂਦੇ ਹੈ। ਇਹ ਤਾਂ ਅਸੀਂ ਲੋਕ ਹੀ ਹਾਂ। ਜਦ ਉਹ ਮਹਾਤਮਾ ਆਉਂਦੇ ਹੈ, ਹਰ ਸਮਾਜ ਦਾ ਆਦਮੀ ਉਹਨਾਂ ਦੇ ਪਾਸ ਜਾਂਦਾ ਹੈ, ਉੱਥੇ ਗਰੋਹ ਬਣ ਜਾਂਦਾ ਹੈ। ਜਿੰਨਾ ਚਿਕਰ ਤਾਂ ਉੱਥੇ ਕਮਾਈ ਵਾਲੇ ਸੰਤ ਮਹਾਤਮਾ ਪੈਦਾ ਹੁੰਦੇ ਰਹਿੰਦੇ ਹੈ, ਪਿਆਸੀਆਂ ਆਤਮਾ ਦੀ ਪਿਆਸ ਬੁਝਦੀ ਰਹਿੰਦੀ ਹੈ, ਆਇਆਂ ਨੂੰ ਨਾਮ ਦਾ ਅੰਮ੍ਰਿਤ ਮਿਲਦਾ ਰਹਿੰਦਾ ਹੈ। ਲੇਕਿਨ ਜਦ ਕਮਾਈ ਵਾਲੇ ਉੱਥੋਂ ਮਹਾਤਮਾ ਚਲੇ ਜਾਂਦੇ ਹੈ, ਔਰ ਫਿਰ ਕੀ ਹੈ ਕਿ ਉਹਨਾਂ ਦੇ ਅਨਿਆਈ ਫਿਰ ਉਸ ਗੁਰੂ ਨੂੰ ਕੋਈ ਨਾਮ ਦੇ ਦਿੰਦੇ ਹੈ, ਜਿੱਥੋਂ ਸਮਾਜ ਬਣਦੇ ਹੈ। ਅਸੀਂ ਸਮਾਜਾਂ ਦੀ ਬੁਨਿਆਦ ਪੜ੍ਹ ਸਕਦੇ ਹਾਂ। ਅੱਜ ਤੋਂ 500 ਸਾਲ ਪਹਿਲਾਂ ਕੋਈ ਸਿੱਖਾਂ ਦਾ ਨਾਮ ਨਿਸ਼ਾਨ ਤੱਕ ਨਹੀਂ ਸੀ। ਗੁਰੂ ਨਾਨਕ ਆਏ, ਜਿੰਨਾ ਚਿਕਰ ਉਹ 10 ਗੁਰੂ ਇਸ ਸੰਸਾਰ ਵਿੱਚ ਰਹੇ, ਉਹਨਾਂ ਚਿਕਰ ਕੋਈ ਕਿਸੇ ਸਮਾਜ ਦਾ ਨਾਮ ਨਹੀਂ ਪਿਆ ਸੀਗਾ। ਉਹਨਾਂ ਤੋਂ ਹਿੰਦੂ ਵੀ ਫਾਇਦਾ ਉਠਾਉਂਦੇ ਰਹੇ, ਮੁਸਲਮਾਨ ਵੀ, ਈਸਾਈ ਵੀ, ਜੋ ਵੀ ਗਿਆ ਉਹਨਾਂ ਕੋਲੇ ਉਸੇ ਨੂੰ ਉਹ ਨਾਮ ਨਾਲ ਸ਼ਬਦ ਦੇ ਨਾਲ ਜੋੜਦੇ ਰਹੇ। ਜਿੱਥੇ ਉਹ ਮੰਦਰਾਂ ਵਿੱਚ ਗਏ ਉੱਥੇ ਮਸੀਤਾਂ ਅੰਦਰ ਵੀ ਗਏ। ਬਲਕਿ ਗੁਰੂ ਗੋਬਿੰਦ ਸਿੰਘ ਤਾਂ ਆਪਦੀ ਬਾਣੀ ਵਿੱਚ ਲਿਖਦੇ ਹੈ
ਦਿਉਰਾ ਔ ਮਸੀਤ ਹੋਈ। ਉਹ ਕਹਿੰਦੇ ਦਿਉਰੇ ਔਰ ਮਸੀਤ ਦੇ ਅੰਦਰ ਕੀ ਫਰਕ ਹੈ ਬਈ? ਇਹ ਜਗ੍ਹਾ ਤਾਂ ਪਰਮਾਤਮਾ ਦੀ ਯਾਦ ਵਾਸਤੇ ਬਣਾਈਆਂ ਹੁੰਦੀਆਂ ਹਨ, ਲੇਕਿਨ ਫਿਰ ਅਸੀਂ ਜਦੋਂ ਮਜ਼ਹਬ ਦੀ ਸ਼ਕਲ ਦੇ ਦਿੰਦੇ ਹਾਂ, ਕੋਈ ਆਪਣੇ ਆਪ ਨੂੰ ਹਿੰਦੂ ਸਮਝਦਾ ਹੈ, ਕੋਈ ਮੁਸਲਮਾਨ ਸਮਝਦਾ ਹੈ, ਕੋਈ ਸਿੱਖ ਸਮਝਦਾ ਹੈ, ਕੋਈ ਈਸਾਈ ਸਮਝਦਾ ਹੈ, ਫਿਰ ਅਸੀਂ ਆਪੋ ਆਪਣੇ ਰੀਤੀ ਰਿਵਾਜ ਨੂੰ ਉੱਤਮ ਸਮਝਦੇ ਹਾਂ, ਦੂਸਰੇ ਨਾਲ ਅਸੀਂ ਘਿਰਨਾ ਪੈਦਾ ਕਰ ਲੈਂਦੇ ਹਾਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ, ਲੋਧੀ ਸੁਲਤਾਨਪੁਰ ਦੇ ਅੰਦਰ ਮੋਦੀ ਖਾਨੇ ਦਾ ਕੰਮ ਕਰਦੇ ਸੀਗੇ, ਜਦ ਮੌਕਾ ਆਇਆ ਸੰਸਾਰ ਦੇ ਵਿੱਚ ਉਹ ਪਰਮਾਤਮਾ ਦਾ ਸੰਦੇਸ਼ ਦੇਣ ਦਾ, ਉਹਨਾਂ ਨੇ ਉਹ ਕਾਰੋਬਾਰ ਛੱਡ ਕੇ ਇੱਕ ਦਿਨ ਸ਼ਮਸ਼ਾਨ ਭੂਮੀ 'ਚ ਕਬਰਾਂ ਵਿੱਚ ਜਾ ਕੇ ਬੈਠ ਗਏ। ਕੋਈ ਕਹੇ ਵੀ ਇਹ ਭੂਤਨਾ ਹੈ, ਕੋਈ ਬੇਤਾਲਾ ਕਹੇ, ਖੁਦ ਹੀ ਉਹਨਾਂ ਨੇ ਆਪਦੀ ਬਾਣੀ ਜ਼ਿਕਰ ਕਰਿਆ ਹੈ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕੀ ਵਿਚਾਰਾ। ਲੋਕਾਂ ਨੇ ਪੁੱਛਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੈ? ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਤੁਹਾਡਾ ਇੱਥੇ ਮੁਸਲਮਾਨਾਂ ਦਾ ਜ਼ੋਰ ਹੈ, ਜੇ ਮੈਂ ਹਿੰਦੂ ਕਹਿੰਦਾ ਤੁਸੀਂ ਮੈਨੂੰ ਮਾਰੋਗੇ, ਪਰ ਜਿਹੋ ਜਿਹਾ ਤੁਸੀਂ ਮੈਨੂੰ ਮੁਸਲਮਾਨ ਸਮਝਦੇ ਹੋ ਮੈਂ ਉਹੋ ਜਿਹਾ ਮੁਸਲਮਾਨ ਵੀ ਨਹੀਂ। ਹਿੰਦੂ ਕਹੇ ਤਾਂ ਮਾਰੀਏ, ਮੁਸਲਮਾਨ ਵੀ ਨਾ ਹੈ, तो पंज तत्त दा पुतला गैबी खेले माहे। जो सुल्तानपुर लोधी दा मौलवी सी, क्योंकि उथों दा मालिक भी पठान सी, वो कहंदे जे तू मुसलमान है तो साडे नाल चल के नमाज पढ़ लै। वो कहंदे चलो बई, जे तुसी नमाज मैनू ही पढ़ा के खुश हैं तो चलो। उथे मसीते गए, सारिਆਂ ने ही नमाज पढ़नी शुरू की। गुरु नानक देव जी खड़े रहे तो मौलवी लोग इतराज उठाउण लगे, तो वो दौलत खां पठान कहन लग्या कि तू साडे नाल फिर नमाज ना पढ़ी, जो मसीते आया है। वो आदा मैं किहदे नाल नमाज पढ़दा, ਜਿਹੜੇ मौलवी साहब पढ़ाउण वाले है, इन्हां दे घर दे विच तां घोड़ी ने बच्चा देना सीगा, ਇਹਦਾ ਤਾਂ ਖਿਆਲ ਉਹ ਬੱਚੇ 'ਚ ਹੈ, ਔਰ ਵੀ ਕਿਤੇ ਉਹ ਕੂਈ 'ਚ ਬੂਹੇ 'ਚ ਕੂਈ ਸੀਗੀ ਵੀ ਉਹ 'ਚ ਨਾ ਗਿਰ ਜਾਵੇ, ਔਰ ਤੂੰ ਉਦੋਂ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ ਸੀਗਾ। ਉਹ ਬਾਦਸ਼ਾਹ ਵੀ ਮੰਨ ਗਿਆ ਵੀ ਹਾਂ ਮੇਰਾ ਖਿਆਲ ਤਾਂ ਵਾਰ-ਵਾਰ ਉਧਰ ਹੀ ਜਾਂਦਾ ਸੀਗਾ। ਤਾਂ ਮੌਲਵੀ ਕਹਿੰਦਾ ਹਾਂ मेरी घरे को बछेरी जिहड़ी है वो वाकई ही बच्चा देण वाली है, मेरा ख्याल वार वार उधर जांदा सी। गुरु नानक दा कहण दा भाव उन्हां नूं समझाउण दा इतना ही सीगा कि देखो बई तुसीं जमीन ते तां मत्था मारदे हो, तो ध्यान तुहाडा होर पासे है। दुनिया नूं तां तुसीं धोखा दे ही जाने हो भी असीं अच्छे मुसलमान हैं, नमाज पढ़दे हैं, तो वो जिहड़ा परमात्मा तुहाडे अंदर बैठा है ਉਹਨੂੰ ਨਾ ਤਾਂ ਅੱਜ ਤਾਈਂ ਕਿਸੇ ਨੇ ਧੋਖਾ ਦਿੱਤਾ ਹੈ, ਨਾ ਕੋਈ ਦੇ ਹੀ ਸਕਦਾ ਹੈ। ਕਬੀਰ ਸਾਹਿਬ ਬੇਸ਼ੱਕ ਮੁਸਲਮਾਨਾਂ ਦੇ ਘਰ ਅੰਦਰ ਪੈਦਾ ਹੋਏ, ਲੇਕਿਨ ਖਿਲਾਫ ਉਹਨਾਂ ਦੇ ਦੋਨੇ ਹੀ ਫਿਰਕੇ ਸਨ। ਹਿੰਦੂ ਵੀ ਸਖਤ ਖਿਲਾਫ ਸਨ ਔਰ ਮੁਸਲਮਾਨ ਵੀ ਸਖਤ ਖਿਲਾਫ ਸਨ, ਕਿਉਂਕਿ ਸੰਤ ਦੋਨਾਂ ਦੇ ਹੀ ਰੀਤੀ ਰਿਵਾਜ ਨੂੰ ਅਪਣਾਉਂਦੇ ਨਹੀਂ। ਤੋ ਇਹੀ ਸਵਾਲ ਜੋ ਗੁਰੂ ਨਾਨਕ ਤੇ ਕੀਤਾ ਗਿਆ, ਉਹੀ ਸਵਾਲ ਕਬੀਰ ਸਾਹਿਬ ਤੇ ਕਰਿਆ ਗਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੈ। ਉਹ ਕਹਿਣ ਲੱਗਾ ਨਾਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਦੇ ਪਿੰਡ ਪ੍ਰਾਣ। ਉਹ ਕਹਿਣ ਲੱਗਾ ਨਾ ਤਾਂ ਮੈਂ ਹਿੰਦੂ ਹੈ ਨਾ ਮੈਂ ਮੁਸਲਮਾਨ ਹੈ, ਮੈਂ ਤਾਂ ਰਾਮ ਦਾ ਬੱਚਾ ਸਮਝ ਲਓ ਚਾਹੇ ਅੱਲਾ ਦਾ ਸਮਝ ਲਓ, ਰਾਮ ਔਰ ਅੱਲਾ ਇੱਕੋ ਹੀ ਹੈ। तो आप कहने लगे ਅਸੀਂ ਸਾਰਿਆਂ ਹੀ ਗੁਰੂਆਂ ਪੀਰਾਂ ਦੀ ਜੋ ਹੋ ਚੁੱਕੇ ਹੈ, ਉਹ ਵੀ ਕੋਈ ਮਾੜਾ ਕਰਮ ਨਹੀਂ ਕਰਕੇ ਗਏ, ਉਹ ਵੀ ਲੋਕਾਂ ਨੂੰ ਆਪਦੇ ਵਕਤਿਆਂ ਨੂੰ ਨਾਮ ਨਾਲ ਜੋੜ ਕੇ ਸੱਚਖੰਡ ਪਹੁੰਚਾਉਂਦੇ ਰਹੇ ਹੈ। ਸਾਡੇ ਦਿਲਾਂ 'ਚ ਉਹਨਾਂ ਦੀ ਇੱਜ਼ਤ ਹੈ। ਗੁਰੂ ਨਾਨਕ ਨੇ ਵੀ ਕਿਹਾ ਕਿ ਮੈਂ ਸਾਰੇ ਗੁਰੂ ਪੀਰਾਂ ਦੀ ਇੱਜ਼ਤ ਕਰਦਾ, ਸਾਡੇ ਦਿਲ ਵਿੱਚ ਇੱਜ਼ਤ ਹੈ। ਸਵਾਮੀ ਜੀ ਮਹਾਰਾਜ ਨੇ ਵੀ ਕਿਹਾ ਸਭ ਨੂੰ ਕਰੂੰ ਪ੍ਰਣਾਮ ਜੋੜ ਕਰ। तो कबीर साहब का जो समा सी, उदों हिंदुस्तान के उत्ते बड़ा शक्तिशाली राजा लोधी सिकंदर राज करता सीगा। उसने कोई ऐसा तरीका अपनाउणों नहीं छड्डिया कबीर साहब नूं खत्म करन दा। पानी विच गंगा दे विच हथ पैर
बन के सिट दिता। लेकिन मालिक ने कबीर साहब की उत्थे भी रखिया करी। वो जिहड़े संगल सन वो टुट गए। तो कबीर साहब इस तरह तरदे नज़र आए जिवें पानी दे उपर मिर्गशाला दे उत्ते कोई साधु भजन करता हुंदा है। तो कबीर साहब खुद इस घटना का जिक्र करते हैं। गंग गुसैन गहर गंभीर, जंजीर बांध खड़ खड़े कबीर, मन ना डोले तन काहे डराए, चित चरण कमल रहा समाए। वो कहने लगे बड़ी गहरी नदी सी, जंजीर बन के मैनू उत्थे ले गए भी तैनू इहदे विच धक्का देना, दे भी दिता। तो कहने लगे जदों मन सी वो प्रभु के चरणों दे विच जुड़िया होया सीगा तो तन दा फिर की डर है भी चल चलिया जाएगा कोई नहीं, पर जदों असीं परमात्मा दे बन जाने परमात्मा भी रखिया करदा है। फिर एक शराब पिला के हाथी नूं मदहोश करके लियांदा, कबीर साहब की गठड़ी बन के उहदे अगे सिट दिता भी मता खुला किते भज ही ना जाए। तो कबीर साहब इस घटना का भी जिक्र करते हैं कि क्या अपराध संत है कीना, बांध पोट कुंचर को दीना, कुंचर कोट पोट ले ले निमशकारा, बूझा नहीं काजी अंधियारा, 3 बार पतिया भर लीना, मन कठोर अजू ना पतीना। ये असी क्यों इन्ना कुछ करते हैं? सिर्फ साडे अंदर ईर्ष्या हुंदी है, सानू मजहब का जहर चढ़िया हुंदा है। असी यही सोच लेने हैं कि जिस तरह असी परमात्मा की भगती करते हैं या रीति रिवाज करते हैं ये क्यों नहीं करदा गा। हुण जिसनू सच्चाई का ज्ञान हो जाता है, प्यारिओ बुल्ले ने कहा सी सच कहाँ तो भांबड़ मचदा है, झूठ आखां ते कुछ ना बचता है। तो कबीर साहब भी कहते साच कहूँ तो कोई ना माने, झूठ कहा ना जाई हो। जे मैं सच्ची गल कहना है कि परमात्मा तो थोड़े अंदर बैठा है, हिंदुओं का भी उही है, मुसलमानों का भी उही परमात्मा है, ईसाइयों का भी उही है, सिखां का भी उही परमात्मा है और सब दे अंदर है, अंदरों ही उन्होंने मिल सकता है। कबीर साहब दे शब्द 12वां संत संग्रह दूसरा भाग पन्ना 44। देखो जग बोरान साधु, गुरु का मर्म न जाना। देखो जग बोरान साधु, गुरु का मर्म न जाना। कबीर साहब कहते हैं देखो दुनिया किस तरह मन दे नशे विच, कौमां मजहबां दे प्यार विच सुती पई है। बड़ी बड़ी चोटी दे महात्मा इस संसार विच आए, वो सानू कढ़ण वास्ते आउंदे है, असी उन्हां नू उल्टे कष्ट दिन्ने हैं। गुरु नानक नू कराइया कह दिता, बल्कि कसूर दे इलाके च तां एक पिंड ने उन्हां नू उत्थे वड़न ही नहीं दिता कि लोकां दे दिमाग खराब करदे है। तो कोड़ी दी कुटिया च जाके उन्होंने रात कट्टी, पर कोड़ी दा कोड़ तां दूर होया। क्रैस्ट आया, वो तो सिर्फ आत्मा नू परमात्मा नाल ही जोड़न वास्ते आया सी। तो फिर भी उसनू सूली ते चाढ़ दिता, कंडियां दा ताज पहनाया गया। मुहम्मद साहब आए, उन्होंने मक्के चों कढ़ दिता, मदीने गए। 3 दिन उन्होंने भुखे प्यासे कट्टे एक गार दे अंदर। तो जब वो शहर चों कढ़े तो लोग गंद लेके मकाना ते खड़े हो गए। उन्हां दे सिर उत्ते सब ने गेरन लग पे। हुण तुसी देख लो कि उस मालिक दे प्यारे दा की कसूर सी। भी वो यही कहंदा सीगा बई परमात्मा ने थानू ये शरीर मसीत दिती है, ये सच्ची मसीत दे अंदरों परमात्मा रहिंदा है, वो ईटां पत्थरां दे विच नहीं रहिंदा गा। और ओदा इन्ना ही कसूर सी कि खुदा बाहर नहीं किते, वो थोड़े अंदर है।
तो असी लोगों ने बजाए अंदर जाण दी उन्हां नूं ही कष्ट देना शुरू किया। फिर उन्होंने ये भी कहा कि बाहर चिरागे जगाउण दी लोड़ नहीं, वो चिराग तो तुहाडे अंदर जल रहा है। और कलमा बाहर उची उची बोलण ना नहीं तुसीं उहदे नाल जुड़दे गे, वो तो बिना पढ़िया तो पढ़ीदा है तुहाडे अंदर। वो कहंदे असली नमाजी उही है जिहदे बुल फरकणों हट जाण, अखां हरकत करनों हट जाण, तालू हिलणों रह जावे। वो दिल दा कलमा है, वो दिल नहीं पढ़ीदा है। लेकिन अफसोस है जदों मालिक दे प्यारे उठ जांदे है, उन्हां दे अन्यायी जिथे 10 दिन किसी महात्मा ने कट्टे हुंदे है उसे थां ही जगह बना के पूजना शुरू करते हैं। फिर आपसरी में कई धड़े बन जाते हैं। वो धड़ियां दा ही ना कोई इत्थों ही बने, सन्यासी बने, जोगी बने, जंगम बने, बोध बने, ये धड़े इस तरह ही बनते हैं। बाइबल एक है, कुरैश एक है, सारे ईसाई उसनूं मनण वाले हैं, लेकिन कितने फिरके है कोई हिसाब ही नहीं गा। और एक फिरका दूसरे ना पूरा मतभेद रखता है। मैं दूसरी वार दे विच खुद देखिया कि ईसाई ईसाइयां नूं ही मारदे सन। इसे तरह का सिखां दा गुरु ग्रंथ साहिब एक है, गुरु साहिब भी एक जोत होए है, लेकिन उन्हां दे भी फिरके अज 50 तो भी ज़्यादा बने खड़े हैं। इस तरह हिंदुआं दे रामायण एक है, गीता एक है, सारे उस राम नूं मनण वाले है, लेकिन उन्हां दे फिरके तां गिणती विच भी नहीं आ सकते कि किन्ने क बने आ, किन्ने क गाह नूं बनने। तो कबीर साहब प्यार दे नाल समझाउंदे है, साधो सब जग फिरत बौराना, बौरियां दी तरह एक दूसरे नाल लड़दे फिरदे है, ना असली चीज़ दी सोझी है। क्यों नहीं वे कोई गुरु नहीं मिलिया, नाम नहीं मिलियागा। जे सानू कोई गुरु संत मिलिया होवे, नाम मिलिया होवे, तो प्यारे सानू पता ही नहीं लगता गा कि किहड़े मुल्क दा ये आदमी है, किस जाति दा है, या ये गरीब है या अमीर है। असी आत्मा करके सारे एक ही हैं। सतगुरु बड़े प्यार नाल संत सानू समझाते हैं कि पहला भी आपां एक ही परमात्मा दे बच्चे सी, गाहां नूं भी आपां उसे परमात्मा कोले जाना है। आओ आपां, वो प्यार है। मैं थानू प्यार ही सिखाउण वास्ते आया है। जदों असी प्यार दा सबक जिन्ना चिकर चलता रहता है, एक दूसरे नाल असी प्यार करते हैं। जदों प्यार नूं असी भुल जाते हैं तो फिर असी एक दूसरे नाल ईर्ष्या करन लग जाते हैं। देखो जग बौराना साधो, गुरु का मर्म न जाना। हिंदू कहत है राम हमारा, मुसलमान रहमाना। आपस में दो लड़े मरत हैं, दुविधा में लिपटाना। आप कहन लगे समाजिक लोग की करते हैं। जदों कबीर साहब इस संसार दे विच मौजूद सन, वैसे तो होर भी फिरके सन, लेकिन दो समाजां हिंदुस्तान दे विच जबरदस्त सन, एक हिंदुआं दी, एक मुसलमानां दी। और दोने ही एक दूसरे नाल इतनी ईर्खा करते सन कि एक दूसरे दे खून दे प्यासे सन। तो कबीर साहब कहन लगे लड़दे कादे पिछे है भी, वो कहंदे राम साडा है, तो वो कहंदे है भी अल्लाह साडा है। उन्हां नूं ये नहीं पता भी वो इक्को ही ताकत है, चाहे उन्होंने राम कह लो, चाहे अल्लाह कह लो, चाहे वाहिगुरू कह लो, चाहे गाड कह लो, चाहे खुदा कह लो, चाहे उसनूं राम कह लो, कुछ ही कह के बुला लो तुसी। महाराज सावन सिंह छोटी जी कहानी दसदे हुंदे सीगे कि एक पूर्विया सी, एक सीमा प्रांत दा सी। दोनों ने आपसरी में सीर खेती दा कर लिया। जब बजाई दा टाइम आया, पूर्विया कहन लग्या मैं तो कणक बीजूंगा बई,
वो कहने लगे हम तो गंदम बीजेंगे। दोनों का बड़ा झगड़ा जबरदस्त होया। कोई जा रहा सी लड़दिਆਂ ਨੂੰ देख के खड़ गया। वो कहने लगे बई तुसी आपो अपना बीज लियाओ, मैं तुहाडा फिर फैसला कर दूंगा। बीज जद लियांदा वो दोने इक्को ही बीज सी। वो कहंदा तुसी बीजना तो दोने एक ही चाहुंदे हो, पर लफ्जां दा फर्क है। इसे तरह राम अल्लाह लफ्ज का फर्क है, लेकिन वो ताकत एक ही है। संत आके इसे चीज का ही न्याय करते हैं कि तुसी खुद ही सच्चाई नूं आपदे अंदर जाके देखो कि उसे ताकत नूं ही अलग अलग भाषा दे विच लोग महात्मा ने नाम रखे अपने प्यार विच। हुण पहला तो साडे कई मुल्क है, एक एक मुल्क दे अंदर कई कई फिरके है, कई कई सूबे है, स्टेटा हन, ਉਹਦੇ ਵਿੱਚ कई कई जवाना हन, और उस हजारों जवाना दे विच असीं आपो अपने प्यार विच उस दे नाम रखे है। सो ये तां साडे समाजिक वर्णात्मक नाम है, लेकिन जिहड़ा तुनात्मक नाम मुक्ति दिंदा है वो तां प्यारिओ ना ये जीव ना बोलिया जाता है। गुरु अंगद देव जी महाराज कहते हैं ना इन्हां अखां चमड़े दियां नाल देखिया जाता है। वो रूहानी चढ़ाई है, साढ़े हथ पैर लैके उत्थे चढ़ते नहीं गए। सो वो तां बिना देखिया बिना बोलिया कानून है। कबीर साहब कहते हैं अल्लाह अलख है, वो लिखिया नहीं जाता। गुरु ने मैनू मिठा और प्यारा नाम दिता और मेरी शंका दूर हो गई। मैं अंदर जाके सर्व निरंजन डिठा, मैं सारिਆਂ ਦੇ ਵਿੱਚ ही वो देख लिया, आपदे अंदर देख के बाहर देखा गया। अल्लाह लख न जाए लखिया, गुर गुड़ दीना मीठा, कहे कबीर मेरी शंका नाठी ते सर्व नरियन डीठा। तो गुरु नानक देव जी महाराज कहते हैं राम राम सब कहे, कहा राम न होए, गुर प्रसादी राम मन वसे तां फल पावे कोई। अगर तोते की तरह राम राम कही जाइए तो नहीं मिलता गा। कोई महात्मा किरपा करे ਤਾਂ ਹੀ ਅਸੀਂ ਉਸ ਰਾਮ ਨੂੰ ਦੇਖ ਸਕਦੇ ਹਾਂ, ਫਾਇਦਾ ਉਠਾ ਸਕਦੇ ਹਾਂ। ਬਹੁਤ ਮਿਲੇ ਮੋਹੇ ਨੇਮੀ ਧਰਮੀ, ਪ੍ਰਾਤ ਕਰੇ ਅਸ਼ਨਾਨ, ਆਤਮ ਛੋੜ ਪਛਾਨੇ ਪੂਜੇ, तिन का थो था ज्ञान। कबीर साहब कहते हैं मैनू बहुत सारे नेमी धर्मी मिले। उन्हां दा नेम हुंदा है कि रोज सुबह उठ के इशनान करना, फिर मूर्ति नू पूजना, ध्यान करना, फिर लोकां नू कथा करके सुनाउणी। तो कबीर साहब कहते हैं पछानना तो आपदी आत्मा नू सी कि ये परमात्मा दी अंश है, इनू परमात्मा दे विच मैं मिलावां। हुण आत्मा चेतन है, पत्थर जड़ है, तो ये हुण जड़ दे अगे सिर नमाउंदा है, उन्हें बोलना नहीं। जे उन्हें पानी दे विच छड़ दईए वो खुद नहीं आपदी रक्षा कर सकता, वो साड़ी की करेगा। तो कबीर साहब कहते हैं ठाकर पुजे मुल लाए, मनहट तीर्थ जाए, देखा देखी स्वांग तर, भूले पटका खाए, पहन परमेश्वर किया पूजे सब संसार, इस प्रवासे जे रहे सो डूबे काली धार। एक जो कहिए पीर औलिया, पढ़े किताब कुरान, करे मुरीद कबर बतलावे, उन खुदा ना जाना। जिस तरह हिंदुआं दे विच रिखी मुनि होए, उन्हां नूं भी कोई गुरु ना मिलिया। इस वास्ते पुराणा विच उन्हां दे हंसी उड़ाई गई है कि किस तरह वो काम दे हथों जलील होए
ਔਰ ਇਸੇ ਤਰ੍ਹਾਂ ਆਪ ਕਹਿਣ ਲੱਗੇ ਮੁਸਲਮਾਨਾਂ ਦੇ ਵਿੱਚ ਉਹਨਾਂ ਰਿਖੀਆਂ ਮੁਨੀਆਂ ਨੂੰ ਪੀਰ ਜਾਂ ਔਲੀਏ ਜਾਂ ਪੈਗੰਬਰ ਕਰਕੇ ਬਿਆਨ ਕਰਦੇ ਹੈ। ਕਹਿਣ ਲੱਗੇ ਉਹ ਲੋਕ ਮਰੀਦ ਤਾਂ ਆਪਣੇ ਬਣਾਉਂਦੇ ਹੈ ਲੇਕਿਨ ਭੇਜਦੇ ਹੈ ਕਬਰ ਪੂਜਣ ਵਾਸਤੇ। ਮੁਹੰਮਦ ਸਾਹਿਬ ਦੀ ਜਿੱਥੇ ਪੈਦਾਇਸ਼ ਹੋਈ ਸੀ ਉਸੇ ਜਗ੍ਹਾ ਹੀ ਉਹਨਾਂ ਦੀ ਕਬਰ ਹੈ, ਜਿਸ ਨੂੰ ਕਿ ਮੱਕਾ ਕਹਿੰਦੇ ਹੈ। ਜਿਹੜਾ ਇੱਕ ਵਾਰੀ ਉੱਥੇ ਜਾਇਆ ਆਵੇ ਉਹਨੂੰ ਕਹਿੰਦੇ ਬਸ ਜ਼ਿੰਦਗੀ ਦਾ ਬੀਮਾ ਹੋ ਗਿਆ, ਤੂੰ ਹਜ ਕਰ ਆਇਆ ਹੈ। ਤੋ ਕਬੀਰ ਸਾਹਿਬ ਕਹਿੰਦੇ ਹੈ, ਗੁਰੂ ਨਾਨਕ ਕਹਿੰਦੇ ਹੈ, ਅੰਧੇ ਕਾ ਰਾਹ ਦੱਸਿਆ ਅੰਧਾ ਹੋਏ ਸੁਝਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਔਜੜ ਪਾਏ। ਕਬੀਰ ਸਾਹਿਬ ਕਹਿੰਦੇ ਹੈ, ਬਾਮਨ ਕੀ ਕਥਾ 100 ਚੋਰਨ ਕੀ ਨਾਭ, ਸਭ ਅੰਧੇ ਮਿਲ ਬੈਠਿਆ ਤੇ ਭਾਵੇਂ ਤਹਿ ਲੈ ਜਾਤ। ਬਾਮਨ ਕੀ ਕਥਾ 100 ਚੋਰ ਕੀ। ਹਾਂ, ਕਥਾ ਕਹਾਣੀ ਕਰਨ ਵਾਲਿਆਂ ਨੂੰ, ਜਿਸ ਤਰ੍ਹਾਂ ਇਹਨਾਂ ਨੂੰ ਮੌਲਵੀਆਂ ਨੂੰ ਕਿਹਾ ਹੈ ਕਥਾ ਕਹਾਣੀ ਕਰਨ ਵਾਲਿਆਂ ਨੂੰ, ਉਹ ਸਾਰੇ ਜਦੋਂ ਖੁਦ ਨਹੀਂ ਦੇਖਿਆ, ਅੰਨਾ ਬੰਦਾ ਜਿਵੇਂ ਬੇੜੀ ਦਾ ਮਲਾਹ ਬਣ ਜਾਵੇ ਤੇ ਵਿੱਚ ਅੰਨੇ ਹੀ ਚੜ ਜਾਣ, ਉਹ ਜਿੱਥੇ ਮਰਜ਼ੀ ਲੈ ਜਾਏ, ਜਿਹੜੀ ਧਾਰ 'ਚ ਮਰਜ਼ੀ ਜਾ ਕੇ ਡਬੋ ਦੇ। ਇੱਕ ਆਦਮੀ ਨੇ ਖੁਦ ਮਿੱਠਾ ਨਹੀਂ ਖਾਧਾ ਗਾ, ਉਹ ਮਿੱਠੇ ਦਾ ਸਵਾਦ ਦੱਸਦਾ ਤਾਂ ਤੁਸੀਂ ਦੇਖ ਲਓ। ਜਿਹੜਾ ਉਸ 'ਤੇ ਇਤਵਾਰ ਕਰੇਗਾ ਕਿ ਉਹ ਕਹਾਂ ਮਿੱਠੇ ਨਾਲ ਮੂੰਹ ਮਿੱਠਾ ਕਰ ਲੇਗਾ। ਤੋ ਸਾਡੇ ਸਤਿਗੁਰੂ ਸਦਾ ਹੀ ਕਹਿੰਦੇ ਸਨ ਕਿ ਬਈ ਪੜ੍ਹਿਆ ਪੜ੍ਹਾ ਸਕਦਾ ਹੈ, ਪਹਿਲਵਾਨ ਹੀ ਪਹਿਲਵਾਨੀ ਸਿਖਾ ਸਕਦਾ ਹੈ। ਜਿਸ ਨੇ ਖੁਦ ਆਪਣੀ ਜ਼ਿੰਦਗੀ 'ਚ ਅਭਿਆਸ ਕੀਤਾ ਹੈ, ਪਰਮਾਤਮਾ ਨਾਲ ਮਿਲਾਪ ਕੀਤਾ ਹੈ, ਉਹੀ ਸਾਨੂੰ ਅੰਦਰ ਜਾਣ ਦਾ ਸਾਧਨ ਦੱਸ ਸਕਦਾ ਹੈ, ਅਭਿਆਸ ਕਰਾ ਸਕਦਾ ਹੈ। हिंदू की दया मेहर तुर्कन की, दोनों कर से पागी, वह करें जिह्वा वह चटका मारे, आग दो कर लागी। ਹੁਣ ਕਬੀਰ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਹੈ ਕਿ ਹਿੰਦੂਆਂ ਦੀ ਤਾਂ ਦਇਆ ਖਤਮ ਹੋ ਗਈ, ਮੁਸਲਮਾਨਾਂ ਦੇ ਵਿੱਚੋਂ ਰਹਿਮ ਖਤਮ ਹੋ ਗਿਆ। ਕਿਉਂ ਕਿ ਜਿਹੜੇ ਜੀਵ ਬੇਜਵਾਨ ਹੈ, ਧਰਤੀ ਦੇ ਉੱਤੇ ਇੱਕ ਇਨਸਾਨ ਨੂੰ ਰਹਿਣ ਦਾ ਵੀ ਉਹਨਾਂ ਹੱਕ ਹੈ ਤੇ ਉਹਨਾਂ ਇੱਕ ਪਸ਼ੂ ਪੰਛੀ ਨੂੰ ਵੀ ਹੈ। ਤੋ ਹਿੰਦੂ ਲੋਕ ਇੱਕ ਟੱਕਰਾਂ ਕੱਟ ਦਿੰਦੇ ਹੈ ਕਿ ਅਸੀਂ ਝਟਕਾ ਬਣਾ ਲਿਆ ਹੈ, ਮੁਸਲਮਾਨਾਂ ਨੂੰ ਜਿਵਾ ਹੌਲੀ ਹੌਲੀ ਕੱਟ ਦਿੰਦੇ ਹੈ, ਕਹਿੰਦੇ ਅਸੀਂ ਹਲਾਲ ਬਣਾ ਲਿਆ ਹੈ। ਕਬੀਰ ਸਾਹਿਬ ਕਹਿਣ ਲੱਗੇ ਕਿ ਜਦ ਤੁਸੀਂ ਉਹਨੂੰ ਚਾਹੇ ਕੱਟ ਲਓ ਚਾਹੇ ਜਿਵਾ ਕਰ ਲਓ, ਹੌਲੀ ਹੌਲੀ ਮਾਰ ਲਓ, ਉਹਦੇ ਵਿੱਚ ਜੋ ਜੋਤ ਹੈ ਉਹ ਤਾਂ ਨਿਕਲ ਜਾਂਦੀ ਹੈ, ਪਿੱਛੋਂ ਮੁਰਦਾ ਰਹਿ ਜਾਂਦਾ ਹੈ। ਤੋ ਉਸ ਨੂੰ ਕਿਸ ਤਰ੍ਹਾਂ ਅਸੀਂ ਝਟਕਾ ਜਾਂ ਹਲਾਲ ਕਹਿ ਸਕਦੇ ਹਾਂ। ਤੋ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਇੱਕ ਬੱਕਰੀ ਦੀ ਮਿਸਾਲ ਦੱਸੀ ਹੈ ਕਿ ਸ਼ੇਰ ਉਹਨੂੰ ਖਾਣ ਲੱਗਿਆ, ਉਹ ਅੱਗੋਂ ਹੱਸ ਪਈ, ਛੀ ਪੁਜੁੱਤੀ ਬੱਕਰੀ ਤੇ ਹੈੜ ਹੈੜ ਕਰਕੇ ਹੱਸੀ, ਉਹ ਬੜੀ ਹੱਸੀ ਖੁਸ਼ ਹੋ ਕੇ। ਸ਼ੇਰ ਪੁੱਛਣ ਲੱਗਿਆ, ਸ਼ੇਰ ਪੁੱਛੇ ਬਸਮਾਦ ਹੋਏ, ਉਹ ਬੜਾ ਅਚਰਜ ਹੋਇਆ, ਕਹਿਣ ਲੱਗਿਆ ਕੀ ਗੱਲ, ਮੈਂ ਤੈਨੂੰ ਖਾਣਾ ਹੈ ਤੂੰ ਹੱਸਦੀ ਹੈ। ਉਹ ਕਹਿੰਦੀ ਜੇ ਹੁਣ ਪਰਮਾਤਮਾ ਸੁਣਦਾ ਹੋਵੇ ਤੇ ਸਾਡੇ ਬੱਚਿਆਂ ਨੂੰ ਖੱਸੀ ਕਰ ਦੇਵੇ ਤਾਂ ਕਿ ਕੋਈ ਇਹਨਾਂ ਦੀ ਔਲਾਦ ਨਾ ਹੋਵੇ, ਉਹਦਾ ਦੁੱਖ ਨਾ ਸਵੇ। ਅਸੀਂ ਅੱਕ ਧਤੂਰਾ ਖਾਂਦੇ ਹਾਂ, ਅੱਕ ਪੱਤੇ ਖਾਂਦੇ ਹਾਂ, ਸਾਡੀ ਜਦ ਪੁੱਠੀ ਕਰਕੇ ਖਲ ਲਾਈ ਜਾਂਦੀ ਹੈ, ਜੋ ਸਾਡਾ ਮਾਸ ਖਾਂਦੇ ਉਹਨਾਂ ਦਾ ਕੀ ਹਾਲ ਹੋਊਗਾ। ਗੁਰੂ ਨਾਨਕ ਦੀ ਤਾਰੀਫ ਤੁਲਸੀ ਸਾਹਿਬ ਨੇ ਕਾਟਰਮੈਨ ਦੂਸਰੇ ਭਾਗ ਵਿੱਚ ਬੜੀ ਹੀ ਮਹਿਮਾ ਗਾਈ ਹੈ ਕਿ ਨਾਨਕ ਨੇ ਬਹੁਤ ਵੱਡਾ ਸਾਰਾ ਗ੍ਰੰਥ ਲਿਖਿਆ, ਉਹਦੇ ਵਿੱਚ ਮੀਟ ਸ਼ਰਾਬ ਨੂੰ ਜਗ੍ਹਾ ਨਹੀਂ ਦਿੱਤੀ ਗਈ, ਬਲਕਿ ਮੀਟ ਸ਼ਰਾਬ ਖਾਣ ਪੀਣ ਵਾਲੇ ਨੂੰ ਅੱਛਾ ਨਹੀਂ ਕਿਹਾ, ਬਲਕਿ ਇੱਥੋਂ ਤੱਕ ਕਹਿ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ, ਗੁਰੂ ਪੀਰ ਹਾਮਾ ਤਾਂ ਪਰੇ ਜੇ ਮੁਰਦਾਰ ਨਾ ਖਾਏ। या विद हंसत चलत है हमको, आप कहावे स्याना, कहीं कबीर सुनो पाई साधो, इनमें कौन दीवाना। ਕਬੀਰ ਸਾਹਿਬ
ਸਾਹਿਬ ਕਹਿਣ ਲੱਗੇ ਸਾਨੂੰ ਦੇਖ ਕੇ ਤਾਂ ਹੱਸਦੇ ਹੈ, ਮਖੌਲ ਉਡਾਉਂਦੇ ਹੈ ਕਿ ਇਹਨਾਂ ਨੂੰ ਰੱਬ ਦੀ ਪੂਜਾ ਦਾ ਹੀ ਗਿਆਨ ਨਹੀਂਗਾ, ਆਪ ਸਿਆਣੇ ਬਣਦੇ ਹੈ। ਤੋ ਕਹਿਣ ਲੱਗੇ ਤੁਸੀਂ ਖੁਦ ਹੀ ਸੋਚ ਕੇ ਦੇਖ ਲਓ, ਇਹਨਾਂ ਫਿਰਕਿਆਂ 'ਚ ਕੌਣ ਦੀਵਾਨਾ ਪਾਗਲ ਹੋਇਆ ਫਿਰਦਾ ਹੈ, ਕੌਣ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਮਾਸ ਖਾਣ ਨਾਲ ਬੁੱਧੀ ਰਕਸ਼ਿਸ਼ ਹੋ ਜਾਂਦੀ ਹੈ, ਕਰਮਾਂ ਦਾ ਬੋਝਾ ਬਹੁਤ ਵੱਧ ਜਾਂਦਾ ਹੈ। ਇਸ ਵਾਸਤੇ ਜਿਤਨੇ ਵੀ ਸੰਤ ਸੱਚਖੰਡ ਤੋਂ ਆਉਂਦੇ ਹੈ, ਸਭ ਨੇ ਹੀ ਮੀਟ ਸ਼ਰਾਬ ਤੋਂ ਸਾਨੂੰ ਵਰਜਿਤ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਜੀ ਜੋ ਮਾਰੇ ਜ਼ੋਰ ਕਰ ਲੈ ਜਵਾਬ ਖੁਦਾਏ, ਦਫ਼ਤਰ ਲੇਖਾ ਮੰਗੀ ਹੈ ਤਾਂ ਮਾਰ ਮੂੰਹ ਮੂੰਹ ਖਾਏ। दिन को रोजा रखत है रात हंत है गाए, वे खून वो बंदगी क्यों खुश होए खुदाए। सो सानू भी चाहिए है जो कोई सानू कबीर साहब ने समझाया है, इन्हां दे समझाउण दा भाव इतना ही है कि बाहर रीति रिवाज दे नाल मुक्ति नहीं, भावें असी जितनी मर्जी शौक ना कर लीए, प्यार ना कर लीए, मुक्ति नाम विच है। तो संत साडा छिलके नालों बाहर छिलका है, तो नाम दी गिरी अंदर है। साडा बाहरों ख्याल उठा के वो नाम ना लाउणा चाहुंदे है। सो सानू भी चाहिए है सब समाजां दा असीं आदर करिए, सब ना प्यार करिए, क्योंकि वो आत्मा पशु पंछी अंदर भी है। गुरु गोबिंद सिंह ने कहा कि हाथी दी पकार तो मगरों सुनदा है, कीड़ी दी वो पहला सुन लैंदा है। 10 गुरुआं तो लैके ਉਹਨਾਂ ਦੇ ਸੇਵਕ ਬੰਦੇ ਬਹਾਦਰ ਤੱਕ ਕਿਸੇ ਨੇ ਵੀ ਲੰਗਰ ਦੇ ਅੰਦਰ ਤਾਮਸ ਭੋਜਨ ਰੂਟ ਵੜ ਨਹੀਂ ਦਿੱਤਾਗਾ, ਨਾ ਲਾਲ ਮਿਰਚ, ਨਾ ਪਿਆਜ਼, ਨਾ ਮੀਟ ਹੀ ਵੜਨ ਦਿੱਤਾ। ਉਹਨਾਂ ਦੇ ਹੁਕਮਨਾਮੇ ਤੋਂ ਅੱਜ ਵੀ ਪਤਾ ਲੱਗਦਾ ਹੈ, ਜੋ ਵੀ ਅੱਜ ਲੰਗਰ ਸਿੱਖਾਂ ਵਿੱਚ ਪਰੰਪਰਾ ਚੱਲੀ ਹੈ ਉਹਦੇ ਵਿੱਚ ਮੀਟ ਨਹੀਂ ਬਣਦਾਗਾ। ਲੇਕਿਨ ਜਿਹੜੇ ਸਵਾਦੂ ਲੋਕ ਹੁੰਦੇ ਹੈ ਉਹ ਗੁਰੂ ਸਾਹਿਬ ਦੀਆਂ ਐਸੀਆਂ ਤੁਕਾਂ ਵਿੱਚੋਂ ਚੁਣਦੇ ਹੈ ਬਾਣੀ ਚੋਂ ਕਿ ਮੀਟ ਸ਼ਰਾਬ ਨੂੰ ਤਾਂ ਉਹ ਵੀ ਨਹੀਂ ਪ੍ਰੇਰਦੀਆਂ ਗਈਆਂ, ਲੇਕਿਨ ਢਿੱਲਰ ਪੁਰਸ਼ ਜਿਹੜੇ ਹੁੰਦੇ ਹੈ ਉਹ ਆਪਣੇ ਮਤਲਬ ਦਾ ਅਰਥ ਉਸ ਦਾ ਕਰਦੇ ਹੈ। ਸੋ ਸਾਨੂੰ ਜਿੰਨਾ ਵੀ ਘੱਟ ਬੋਝਾ ਅਸੀਂ ਚੱਕਾਂਗੇ, ਗੁਰੂ ਨਾਨਕ ਨੇ ਕਿਹਾ ਓਨਾ ਹੀ ਅੱਛਾ ਹੈ। ਲੈ ਦਿੱਤੇ ਬਿਨਾਂ ਰਹੇ ਨਾ ਕੋਏ, ਜਿਸ ਦਾ ਅਸੀਂ ਗਰਦਨ ਕੱਟਾਂਗੇ ਅਗਲੇ ਜਨਮ ਉਹ ਜ਼ਰੂਰ ਉਹਦਾ ਬਦਲਾ ਚੁਕਾਉਣਾ ਪਏਗਾ। ਇਸ ਗੱਲ ਦਾ ਤੁਸੀਂ ਦਿਮਾਗ 'ਚੋਂ ਖਿਆਲ ਹੀ ਕੱਢ ਦਿਓ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਇਹ ਨਿਆਂ ਦਾ ਰਾਜ ਹੈ, ਕਾਲ ਵੀ ਨਿਆਂ ਕਰਦਾ ਹੈ, ਜੋ ਜੈਸਾ ਕਰਦਾ ਹੈ ਵੈਸਾ ਉਹਨੂੰ ਅਵਸ਼ ਭੋਗਣਾ ਪੈਂਦਾ, ਭਰਨਾ ਪੈਂਦਾ ਹੈ। ਤੋ ਕਬੀਰ ਸਾਹਿਬ ਨੇ ਛੋਟੇ ਜਿਹੇ ਸ਼ਬਦ ਦੇ ਵਿੱਚ ਅੱਛੀ ਤਰ੍ਹਾਂ ਦੱਸਿਆ ਕਿ ਮੁਕਤੀ ਨਾਮ ਵਿੱਚ ਹੈ, ਨਾਮ ਸੰਤਾਂ ਪਾਸੋਂ ਮਿਲਦਾ ਹੈ। ਤੋ ਸੰਤ ਨਾਮ ਦੇ ਭੰਡਾਰੀ ਬਣ ਕੇ ਆਉਂਦੇ ਹੈ, ਉਹ ਜੀਵ ਨੂੰ ਸੱਚੇ ਨਾਮ ਦੇ ਨਾਲ ਜੋੜਦੇ ਹੈ। ਇਹੀ ਉਹਨਾਂ ਦੀ ਡਿਊਟੀ ਹੁੰਦੀ ਹੈ। ਉਹ ਮਾਲਕ ਦੇ ਹੁਕਮ ਵਿੱਚ ਆਉਂਦੇ ਹੈ, ਉਹਦੇ ਭੇਜੇ ਹੋਏ ਆਉਂਦੇ ਹੈ, ਹੁਕਮ ਦਾ ਹੀ ਉਹ ਵਰਤਾਰਾ ਕਰਦੇ ਹੈ। ਹਾਂ ਭਾਈ।